ਸਮਾਜਿਕ ਨਾ ਬਰਾਬਰੀ ਦੇ ਖਿਲਾਫ ਇੱਕ ਇਨਕਲਾਬ ਵਜੋਂ ਹੋਂਦ ਵਿੱਚ ਆਏ ਸਿੱਖ ਧਰਮ ਨੇ ਔਰਤ ਨੂੰ ਵੱਡਾ ਰੁਤਬਾ ਦਿੱਤਾ, ਜਿਸ ਦੀ ਉਹ ਹੱਕਦਾਰ ਸੀ। ਔਰਤ ਨੂੰ ਬੱਤੀ ਸੁਲੱਖਣੀ ਕਹਿ ਬਾਣੀ ਵਿੱਚ ਸਤਕਾਰਿਆ ਗਿਆ। ਅਯੋਕੇ ਯੁੱਗ ਵਿੱਚ ਨਾਰੀ ਚੇਤਨਾ ਦੀ ਗੱਲ ਕਰਦਿਆਂ ਖਿਆਲ ਆਉਂਦਾ ਹੈ ਕਿ ਕੋਈ ਸਮਾਂ ਸੀ ਜਦੋਂ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਅਤੇ ਹੱਕਾਂ ਤੋਂ ਵਾਂਝਿਆ ਰੱਖਿਆ ਜਾਂਦਾ ਸੀ। ਸਿੱਖ ਧਰਮ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਪ੍ਰਚਲਿਤ ਸੰਸਾਰ ਦੇ ਧਰਮਾਂ ਨੂੰ ਵਾਚਣ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਸਭ ਧਰਮਾਂ ਵਿੱਚ ਇਸਤਰੀ ਨੂੰ ਕਿਸੇ ਨਾ ਕਿਸੇ ਢੰਗ ਨਾਲ ਤਿਰਸਕਾਰਿਆ ਗਿਆ ਹੈ। ਉਸ ਨੂੰ ਧਰਮ ਕਰਮ ਵਿੱਚ ਹਿੱਸਾ ਲੈਣ ਦੀ ਇੱਕ ਪ੍ਰਕਾਰ ਦੀ ਮਨਾਹੀ ਹੀ ਰਹੀ। ਉਹ ਪੁਰਸ਼ ਦੀ ਸਭ ਤੋਂ ਵੱਡੀ ਕਮਜ਼ੋਰੀ ਸਮਝੀ ਜਾਂਦੀ ਰਹੀ। ਐਸੇ ਧਾਰਮਿਕ ਵਿਸ਼ਵਾਸਾਂ ਨੇ ਇਸਤਰੀ ਨੂੰ ਮਰਦ ਦੀ ਦਾਸੀ ਬਣਾ ਕੇ ਰੱਖ ਦਿੱਤਾ ਸੀ, ਜੋ ਮਰਦ ਦੀ ਖੁਸ਼ੀ ਖਾਤਰ ਸਭ ਕੁਝ ਵਾਰ ਦਿੰਦੀ ਸੀ, ਪਰ ਮਰਦ ਦੀਆਂ ਨਜ਼ਰਾਂ ਵਿੱਚ ਸਭ ਤੋਂ ਨੀਵਾਂ ਦਰਜਾ ਹੀ ਰੱਖਦੀ ਸੀ। ਹਿੰਦੂ ਧਰਮ ਨੂੰ ਸੰਸਾਰ ਦਾ ਬਹੁਤ ਪੁਰਾਣਾ ਧਰਮ ਕਿਹਾ ਜਾਂਦਾ ਹੈ। ਹਿੰਦੂਆਂ ਦੀਆਂ ਧਾਰਮਿਕ ਪੁਸਤਕਾਂ ਵਿੱਚ ਵੀ ਇਸਤਰੀ ਨਾਲ ਭਾਰੀ ਅਨਿਆਂ ਕੀਤਾ ਗਿਆ। ਮਨੂ ਨੂੰ ਹਿੰਦੂ ਰਹੋਰੀਤਾਂ ਦਾ ਆਦਿ ਵਿਆਖਿਆਕਾਰ ਮੰਨਿਆ ਜਾਂਦਾ ਹੈ। ਉਹ ਕਹਿੰਦਾ ਹੈ, ਦਿਨ ਅਤੇ ਰਾਤ ਸਮੇਂ ਇਸਤਰੀ ਨੂੰ ਪਰਿਵਾਰ ਵਿੱਚ ਪੁਰਸ਼ ਮੈਂਬਰਾਂ ਦੀ ਅਧੀਨਗੀ ਵਿੱਚ ਰੱਖਣਾ ਚਾਹੀਦਾ ਹੈ। ਬਚਪਨ ਵਿੱਚ ਪਿਤਾ ਦੀ, ਜਵਾਨੀ ਵਿੱਚ ਪਤੀ ਦੀ ਅਤੇ ਬੁਢੇਪੇ ਦੇ ਦਿਨਾਂ ਵਿੱਚ ਪੁੱਤਰਾਂ ਦੀ ਅਧੀਨਗੀ ਵਿੱਚ। ਇਸਤਰੀਆਂ ਨੂੰ ਹਿੰਦੂ ਸਮਾਜ ਵਿੱਚ ਸ਼ੂਦਰ ਦਾ ਦਰਜਾ ਦਿੱਤਾ ਗਿਆ। ਜਿਵੇਂ ਸ਼ੂਦਰ ਜਨੇਊ ਨਹੀਂ ਪਹਿਨ ਸਕਦਾ, ਉਵੇਂ ਹੀ ਇਸਤਰੀ ਵੀ ਜੰਝੂ ਧਾਰਨ ਨਹੀਂ ਕਰ ਸਕਦੀ। ਉਹ ਗਾਇਤਰੀ ਮੰਤਰ ਵੀ ਨਹੀਂ ਪੜ ਸਕਦੀ। ਪੁਰਾਣਾਂ ਵਿੱਚ ਵੀ ਇਸਤਰੀ ਨੂੰ ਸਭ ਤੋਂ ਨਸ਼ੀਲੀ ਸ਼ਰਾਬ ਅਤੇ ਸਭ ਤੋਂ ਮਾਰੂ ਜ਼ਹਿਰ ਕਰਕੇ ਬਿਆਨਿਆ ਗਿਆ। ਜਿਵੇਂ ਸੰਸਾਰ ਵਿੱਚ 3 ਪ੍ਰਕਾਰ ਦੀਆਂ ਸ਼ਰਾਬਾਂ ਹਨ, ਪਰ ਇਹਨਾਂ ਤਿੰਨਾਂ ਵਿੱਚੋਂ ਵੱਧ ਨਸ਼ੀਲੀ ਸ਼ਰਾਬ ਔਰਤ ਹੈ। 7 ਕਿਸਮ ਦੇ ਜ਼ਹਿਰ ਹਨ, ਪਰ ਸਭ ਤੋਂ ਵੱਧ ਮਾਰੂ ਅਤੇ ਤੇਜ਼ ਜ਼ਹਿਰ ਔਰਤ ਹੈ। ਇੱਥੇ ਹੀ ਬਸ ਨਹੀਂ, ਪਤੀ ਦੀ ਮੌਤ ਪਿੱਛੋਂ ਹਿੰਦੂ ਇਸਤਰੀ ਨੂੰ ਆਪਣੇ ਪਤੀ ਨਾਲ ਸੜ ਮਰਨ ਦੀ ਆਗਿਆ ਸੀ। ਇਸ ਨੂੰ ਸਤੀ ਪ੍ਰਥਾ ਕਿਹਾ ਜਾਂਦਾ ਸੀ। ਹਜ਼ਾਰਾਂ ਇਸਤਰੀਆਂ ਇਸ ਪ੍ਰਥਾ ਦੀਆਂ ਸ਼ਿਕਾਰ ਹੋ ਗਈਆਂ। ਯਜੁਰਵੇਦ ਦੇ ਕਥਨ ਅਨੁਸਾਰ ਆਦਮੀ ਇੱਕ ਤੋਂ ਵੱਧ ਇਸਤਰੀਆਂ ਨਾਲ ਸ਼ਾਦੀ ਕਰ ਸਕਦਾ ਹੈ, ਪਰ ਇੱਕ ਇਸਤਰੀ ਇੱਕ ਤੋਂ ਵੱਧ ਆਦਮੀਆਂ ਨਾਲ ਵਿਆਹ ਨਹੀਂ ਕਰ ਸਕਦੀ। ਮਨੂ ਸਮ੍ਰਿਤੀ ਅਤੇ ਪੁਰਾਣਾ ਵਰਗੀਆਂ ਧਾਰਮਿਕ ਪੁਸਤਕਾਂ ਦੇ ਅਸਰ ਅਧੀਨ ਹੀ ਰਾਮਚਰਿਤ ਮਾਨਸ ਦਾ ਕਰਤਾ ਗੋਸਵਾਮੀ ਤੁਲਸੀਦਾਸ ਇਸਤਰੀ ਨੂੰ ਦਬਾ ਕੇ ਰੱਖਣ ਦੀ ਸਲਾਹ ਦਿੰਦਾ ਹੈ। ਢੋਲ ਗਵਾਰ ਸ਼ੂਦਰ ਪਸ਼ੂ ਨਾਰੀ, ਜੇ ਸਭ ਤਾੜਨ ਕੇ ਅਧਿਕਾਰੀ। ਮਹਾਭਾਰਤ ਵਿੱਚ ਵੀ ਇਸਤਰੀ ਨੂੰ ਪਾਪ ਸਮਝਿਆ ਗਿਆ। ਹਿੰਦੂ ਸੋਸ਼ਲ ਆਰਗੇਨਾਈਜੇਸ਼ਨ ਵਿੱਚ ਸ੍ਰੀ ਐਚ ਪ੍ਰਭੂ ਲਿਖਦੇ ਹਨ ਕਿ ਮਾਹਵਾਰੀ ਦੇ ਦਿਨਾਂ ਵਿੱਚ ਔਰਤ ਦੇ ਪਰਛਾਵੇਂ ਹੇਠ ਵੀ ਆ ਜਾਣ ਵਾਲਾ ਮਨੁੱਖ ਭੇਟਿਆ ਜਾਂਦਾ ਹੈ ਅਤੇ ਉਹ ਮੁੜ ਕੇ ਇਸ਼ਨਾਨ ਕਰਨ ਨਾਲ ਹੀ ਸੁੱਚਾ ਹੋ ਸਕਦਾ ਹੈ। ਜੈਨ ਮਤ ਵਾਲਿਆਂ ਦਾ ਇਹ ਵਿਚਾਰ ਹੈ ਕਿ ਇਸਤਰੀ ਕਦੇ ਵੀ ਮੁਕਤੀ ਨਹੀਂ ਹਾਸਲ ਕਰ ਸਕਦੀ। ਸ੍ਰੀ ਦਿਗੰਬਰ ਜੈਨ ਕਹਿੰਦੇ ਹਨ ਕਿ ਔਰਤ ਸਾਰੀ ਉਮਰ ਭਗਤੀ ਕਰਕੇ, ਪਤੀ ਬ੍ਰਤਾ ਰਹਿ ਕੇ, ਚੰਗਾ ਜੀਵਨ ਬਤੀਤ ਕਰਕੇ ਵੀ ਮੁਕਤੀ ਪ੍ਰਾਪਤ ਨਹੀਂ ਕਰ ਸਕਦੀ ਜਦੋਂ ਤੱਕ ਉਹ ਮੁੜ ਕੇ ਮਨੁੱਖਾ ਜਨਮ ਧਾਰਨ ਨਹੀਂ ਕਰ ਲੈਂਦੀ। ਮਹਾਤਮਾ ਬੁੱਧ ਨੂੰ ਏਸ਼ੀਆ ਦਾ ਚਾਨਣ ਕਰਕੇ ਯਾਦ ਕੀਤਾ ਜਾਂਦਾ ਹੈ। ਉਹ ਵੀ ਆਪਣੇ ਮਤ ਵਿੱਚ ਇਸਤਰੀਆਂ ਦੇ ਦਾਖਲੇ ਨੂੰ ਹਾਨੀਕਾਰਕ ਸਮਝਦੇ ਸਨ। ਉਹਨਾਂ ਦਾ ਕਹਿਣਾ ਸੀ ਕਿ ਇਸਤਰੀਆਂ ਨੂੰ ਬੋਧੀ ਭਿਕਸ਼ੂਆਂ ਵਿੱਚ ਦਾਖਲ ਕਰਨ ਨਾਲ ਬੁੱਧ ਧਰਮ ਦੀ ਉਮਰ ਘਟ ਜਾਵੇਗੀ। ਭਾਰਤ ਵਿੱਚ ਯੋਗ ਮਤ ਦਾ ਵੀ ਬਹੁਤ ਬੋਲਬਾਲਾ ਰਿਹਾ। ਗੋਰਖਨਾਥ ਨੇ ਇਸ ਮਤ ਨੂੰ ਕਾਫੀ ਪ੍ਰਚਾਰਿਆ ਹੈ ਅਤੇ ਯੋਗੀਆਂ ਵਿੱਚ ਉਸ ਦਾ ਨਾਂ ਆਦਰ ਸਤਕਾਰ ਨਾਲ ਲਿਆ ਜਾਂਦਾ ਹੈ। ਗੋਰਖਨਾਥ ਇਸਤਰੀਆਂ ਨੂੰ ਬਘਿਆੜਨ ਸ਼ਬਦ ਨਾਲ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ ਕਿ ਇਸ ਬਘਿਆੜਨ ਨੇ ਸਾਰੀ ਦੁਨੀਆ ਦਾ ਨਾਸ਼ ਕਰਕੇ ਰੱਖ ਦਿੱਤਾ ਹੈ। ਇਨ ਬਾਗਣ ਤ੍ਰੈ ਲੋਈ ਖਾਈ। ਗੋਰਖ ਬਾਣੀ ਵਿੱਚ ਇਸਤਰੀ ਨੂੰ ਪੁਰਸ਼ ਦੀ ਅਧੋਗਤੀ ਦਾ ਵੱਡਾ ਕਾਰਨ ਮੰਨਿਆ ਗਿਆ। ਜਿਵੇਂ ਘੁਣ ਦਾ ਕੀੜਾ ਲੱਕੜੀ ਨੂੰ ਖੋਖਲਾ ਕਰਕੇ ਕਮਜ਼ੋਰ ਕਰ ਦਿੰਦਾ ਹੈ, ਤਿਵੇਂ ਹੀ ਇਸਤਰੀ ਮਨੁੱਖ ਦਾ ਸਤਿਆਨਾਸ਼ ਕਰਕੇ ਰੱਖ ਦਿੰਦੀ ਹੈ। ਦਾਮ ਕਾੜ ਭਾਗਨ ਲੈ ਆਇਆ, ਮਉ ਕਹਿ ਮੇਰਾ ਪੂਤ ਬਿਹਾਇਆ। ਗੀਲੀ ਲੱਕੜੀ ਕਉ ਘੁਣ ਲਾਇਆ, 3 ਡਾਲ ਮੂਲ ਸਨ ਖਾਇਆ। ਇਸਲਾਮ ਵਿੱਚ ਵੀ ਇਸਤਰੀਆਂ ਨੂੰ ਸਤਕਾਰਿਆ ਨਹੀਂ ਗਿਆ। ਉਹ ਮਸਜਿਦ ਵਿੱਚ ਇਮਾਮ ਨਹੀਂ ਬਣ ਸਕਦੀ। ਕੁਰਾਨ ਵਿੱਚ ਮਰਦ ਨੂੰ ਔਰਤ ਉੱਪਰ ਹੱਕ ਜਮਾਉਣ ਦੀ ਖੁੱਲ੍ਹ ਦਿੱਤੀ ਗਈ ਹੈ। ਔਰਤ ਲਈ ਇਹ ਵੀ ਜ਼ਰੂਰੀ ਹੈ ਕਿ ਉਹ ਆਪਣੇ ਆਪ ਨੂੰ ਪਰਦੇ ਦੇ ਵਿੱਚ ਢੱਕ ਕੇ ਰੱਖੇ। ਅਜਿਹੇ ਵਿਚਾਰ ਕਰਕੇ ਹੀ ਅੱਜ ਵੀ ਮੁਸਲਿਮ ਔਰਤਾਂ ਬੁਰਕਾ ਪਾਉਣਾ ਜ਼ਰੂਰੀ ਹਨ। ਇਸਲਾਮ ਵਿੱਚ ਇਸਤਰੀ ਨੂੰ ਘਟੀਆ ਦੱਸਣ ਲਈ 2 ਔਰਤਾਂ ਦੀ ਗਵਾਹੀ ਇੱਕ ਮਰਦ ਦੇ ਬਰਾਬਰ ਦੱਸੀ ਜਾਂਦੀ ਹੈ। ਈਸਾਈ ਮਤ ਵਿੱਚ ਵੀ ਧਾਰਮਿਕ ਪੁਰਸ਼ਾਂ ਨੂੰ ਇਸਤਰੀ ਤੋਂ ਦੂਰ ਰਹਿਣ ਲਈ ਸਲਾਹ ਦਿੱਤੀ ਗਈ ਹੈ। ਸੇਂਟ ਪਾਲ ਲਿਖਦੇ ਹਨ, ਚੰਗਾ ਹੈ ਜੇ ਆਦਮੀ ਇਸਤਰੀ ਨੂੰ
ਛੂਹੇ ਵੀ ਨਾ। ਈਸਾਈ ਮਤ ਅਨੁਸਾਰ ਸਭ ਗੁਨਾਹਾਂ ਤੇ ਪਾਪਾਂ ਦਾ ਸੋਮਾ ਤੇ ਸਾਧਨ ਇਸਤਰੀ ਹੈ। ਸ਼ੈਤਾਨ ਇਸ ਨੂੰ ਸਾਧਨ ਬਣਾ ਕੇ ਮਨੁੱਖ ਨੂੰ ਡੇਗਦਾ ਹੈ। ਸ਼ਾਦੀ ਤਾਂ ਕਾਮ ਚੇਸ਼ਟਾ ਲਈ ਇੱਕ ਰਿਆਇਤ ਹੈ। ਰਿਵਾਜ ਅਤੇ ਕਾਨੂੰਨ ਦੋਹਾਂ ਵਿੱਚ ਇਸਤਰੀ ਦਾ ਦਰਜਾ ਘਟੀਆ ਹੈ। ਇਹ ਆਜ਼ਾਦ ਜੀਵਨ ਜਾਂ ਕਾਨੂੰਨੀ ਅਧਿਕਾਰ ਦੀ ਹੱਕਦਾਰ ਨਹੀਂ। ਯਹੂਦੀਆਂ ਵਿੱਚ ਤਾਂ ਇਹਨਾਂ ਦੇ ਨਿੱਕੇ ਮੁੰਡਿਆਂ ਦੀ ਅਰਦਾਸ ਹੁੰਦੀ ਹੈ, ਹੇ ਰੱਬਾ ਤੇਰਾ ਸ਼ੁਕਰ ਹੈ ਜਿਸ ਨੇ ਮੈਨੂੰ ਨਾ ਕਾਫਰ ਪੈਦਾ ਕੀਤਾ ਤੇ ਨਾ ਹੀ ਇਸਤਰੀ ਦਾ ਜਨਮ ਦਿੱਤਾ। ਪੱਛਮੀ ਚਿੰਤਕਾਂ ਜਿਵੇਂ ਕਿ ਚੈਸਟਫੀਲਡ ਇੰਗਲੈਂਡ ਨੇ ਇਸਤਰੀ ਨੂੰ ਕੁਦਰਤ ਦੀ ਇੱਕ ਮਜ਼ੇਦਾਰ ਗਲਤੀ ਆਖ ਕੇ ਨਿੰਦਿਆ ਨੇ ਦੁਰਕਾਰਿਆ ਹੈ। ਅਰਸਤੂ ਜਿਹਾ ਜਗਤ ਪ੍ਰਸਿੱਧ ਫਿਲਾਸਫਰ ਇਸਤਰੀ ਨੂੰ ਨਾ ਮੁਕੰਮਲ ਵਸਤੂ ਤੱਕ ਦੱਸਦਾ ਹੈ। ਆਖਦਾ ਹੈ ਕਿ ਮਰਦ ਅਤੇ ਇਸਤਰੀ ਦਾ ਹੌਸਲਾ ਇੱਕੋ ਜਿਹਾ ਨਹੀਂ ਹੁੰਦਾ। ਮਰਦ ਦੀ ਖੂਬੀ ਹੁਕਮ ਕਰਨ ਅਤੇ ਹੁਕਮ ਮਨਾਉਣ ਵਿੱਚ ਹੈ, ਪਰ ਇਸਤਰੀ ਦੀ ਖੂਬੀ ਹੁਕਮ ਮੰਨਣ ਵਿੱਚ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਹੋਰ ਗਲਤ ਪੁਰਾਤਨ ਵਿਚਾਰਾਂ ਦਾ ਖੰਡਨ ਕੀਤਾ, ਉੱਥੇ ਇਸਤਰੀ ਬਾਰੇ ਗਲਤ ਵਿਚਾਰਧਾਰਾ ਦਾ ਵੀ ਭਰਵਾਂ ਵਿਰੋਧ ਕੀਤਾ। ਗੁਰੂ ਸਾਹਿਬ ਦਾ ਇਹ ਸਪਸ਼ਟ ਮਤ ਹੈ ਕਿ ਇਸਤਰੀ ਜਾਂ ਪੁਰਸ਼ ਹੋਰਾਂ ਨਾਲੋਂ ਕੋਈ ਫਰਕ ਨਹੀਂ ਪੈਂਦਾ। ਵਾਹਿਗੁਰੂ ਦੀ ਦਰਗਾਹ ਵਿੱਚ ਤਾਂ ਚੰਗੇ ਕਰਮਾਂ ਦਾ ਮੁੱਲ ਪੈਂਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਸਾ ਕੀ ਵਾਰ ਦੀ 19ਵੀਂ ਪੌੜੀ ਦੇ ਸ਼ਲੋਕ ਵਿੱਚ ਵਚਨ ਕੀਤਾ, ਜਿਸ ਔਰਤ ਨੇ ਰਾਜਿਆਂ, ਭਗਤਾਂ, ਫਿਲਾਸਫਰਾਂ, ਸੂਰਮਿਆਂ ਨੂੰ ਜਨਮ ਦਿੱਤਾ, ਉਹ ਭਲਾ ਉਸ ਨੂੰ ਮੰਦਾ ਕਿਵੇਂ ਆਖਿਆ ਜਾ ਸਕਦਾ ਹੈ। ਪਰਮਾਤਮਾ ਦੀਆਂ ਨਜ਼ਰਾਂ ਵਿੱਚ ਤਾਂ ਉਹ ਮੁੱਖ ਉਜਲ ਹੈ ਜੋ ਹਰੀ ਜਸ ਗਾਉਂਦੇ ਹਨ। ਸੋ ਕਿਉਂ ਮੰਦਾ ਆਖਿਆ ਜਿਤ ਜੰਮਹਿ ਰਾਜਾਨ। ਗੁਰੂ ਬਾਬੇ ਦੇ ਵਿਚਾਰਾਂ ਤੇ ਚੱਲਦਿਆਂ ਹੀ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦਾ ਵਿਰੋਧ ਕੀਤਾ। ਵਕਤ ਦੇ ਹਾਕਮਾਂ ਨੂੰ ਇਹ ਪ੍ਰਥਾ ਬੰਦ ਕਰਨ ਲਈ ਕਿਹਾ ਅਤੇ ਬਾਣੀ ਰਾਹੀਂ ਉਪਦੇਸ਼ ਦਿੱਤਾ। ਸਤਿਆ ਇਹ ਨਾ ਆਖਿਅਨ ਜੋ ਮੜਿਆ ਲਗ ਜਲਨ, ਨਾਨਕ ਸਤਿਆ ਜਾਣੀਅਨ ਜਾਂ ਬਿਰਹਾ ਚੋਟ ਮਰਨ। ਗੁਰੂ ਅਮਰਦਾਸ ਜੀ ਨੇ ਔਰਤ ਨੂੰ ਘੁੰਡ ਕੱਢਣ ਤੋਂ ਵਰਜਿਆ। ਇਹੀ ਕਾਰਨ ਹੈ ਕਿ ਅਜੋਕੀ ਰਹਿਤ ਮਰਿਆਦਾ ਵਿੱਚ ਵੀ ਸਿੱਖ ਇਸਤਰੀਆਂ ਨੂੰ ਘੁੰਡ ਕੱਢ ਕੇ ਗੁਰਦੁਆਰਾ ਆਉਣ ਦੀ ਮਨਾਹੀ ਕੀਤੀ ਗਈ। ਸਿੱਖ ਗੁਰੂਆਂ ਨੇ ਇਸਤਰੀ ਨੂੰ ਪੁਰਸ਼ ਦੇ ਬਰਾਬਰ ਦਾ ਦਰਜਾ ਦਿੱਤਾ। ਇਹ ਸੀ ਇਨਕਲਾਬੀ ਪਰਿਵਰਤਨ। ਇਸਤਰੀ ਮਰਦ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਹਰ ਕਾਰਜ ਵਿੱਚ ਹਿੱਸਾ ਲੈ ਸਕਦੀ ਹੈ। ਸਿੱਖ ਬੀਬੀਆਂ ਨੇ ਇਹ ਵੀ ਸਿੱਧ ਕਰ ਦਿੱਤਾ ਕਿ ਉਹ ਮਰਦ ਦੀ ਤਰ੍ਹਾਂ ਜੰਗ ਵਿੱਚ ਵੀ ਜੂਝ ਸਕਦੀਆਂ ਹਨ। ਬੀਬੀਆਂ ਨੇ ਰਾਜ ਕਾਜ ਵਿੱਚ ਵੀ ਵੱਧ ਚੜ ਕੇ ਹਿੱਸਾ ਲਿਆ। ਸਿੱਖ ਧਰਮ ਵਿੱਚ ਹਰ ਔਰਤ ਨੂੰ ਪੂਰਨ ਧਾਰਮਿਕ ਆਜ਼ਾਦੀ ਹੈ। ਉਹ ਅਧਿਕਾਰ ਮਰਦ ਦੇ ਬਰਾਬਰ ਹਨ। ਉਹ ਗੁਰਦੁਆਰਾ ਸਾਹਿਬ ਬਿਨਾਂ ਕਿਸੇ ਰੋਕ ਦੇ ਜਾ ਸਕਦੀ ਹੈ, ਕੀਰਤਨ ਤੇ ਪਾਠ ਕਰ ਸਕਦੀ ਹੈ, ਵਿਦਿਆ ਹਾਸਲ ਕਰ ਸਕਦੀ ਹੈ, ਪਰਦੇ ਦੀ ਬੰਦਿਸ਼ ਤੋਂ ਆਜ਼ਾਦ ਹੈ। ਉਹ ਮਰਦ ਵਾਂਗ ਜੰਗ ਵਿੱਚ ਹਿੱਸਾ ਲੈ ਸਕਦੀ ਹੈ, ਅੰਮ੍ਰਿਤ ਪਾਨ ਕਰ ਸਕਦੀ ਹੈ ਅਤੇ ਪੰਜ ਪਿਆਰਿਆਂ ਵਿੱਚ ਸ਼ਾਮਲ ਹੋ ਕੇ ਅੰਮ੍ਰਿਤ ਛਕਾ ਸਕਦੀ ਹੈ। ਗੁਰੂ ਸਾਹਿਬਾਨ ਦੇ ਉਪਦੇਸ਼ ਤੇ ਚੱਲ ਕੇ ਸਿੱਖ ਬੀਬੀਆਂ ਅੱਜ ਵੀ ਜੀਵਨ ਦੇ ਹਰ ਖੇਤਰ ਵਿੱਚ ਸਰਗਰਮ ਭੂਮਿਕਾ ਨਿਭਾ ਰਹੀਆਂ ਹਨ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।